काब मिलिया पूरन पते सहजे समाइया गोविंद पाइया देहो सखिए मोहे मते दिन रैन ठाडी करो सेवा प्रभ कावन जुगती पाया बिनवंत नानक करो कृपा लहो मोहे लाड लाया दिन रैन ठाडी करो सेवा प्रभ कावन जुगती पाया बिनवंत नानक करो कृपा लहो मोहे लाड लाया वाहिगुरु जी का खालसा वाहिगुरु जी की फतेह। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद बेशुमार अथा अगनत अतोलै ज्यों बुलावो त्यों नानक दास बोलै। गुरु सवारे खालसा जी वाहिगुरु जी का खालसा वाहिगुरु जी की फतेह। आप जी वडभागे हो जो अमृत वेले तो सोडी सुल्तान धन धन श्री गुरु रामदास पातशाह महाराज जी दे पवित्र अस्थान श्री हरमंदर साहिब श्री दरबार साहब जी दे दर्शन दीदार करदियां अमृत सरोवर दे इशनान करदियां सतगुरु जी दे हजूर हाजरी भरदियां अपना जन्म सफला कर रहे हो। हुण समा है गुरु दरबार दे निजम अनुसार आसा की वार दे कीर्तन तो बाद जो गुरुद्वारा मंजी साहब जी दे अस्थान तो जो सानू श्री मुखवाक श्री हरमंदर साहब जी तो रोज प्राप्त हुंदा है उस दे नेम अनुसार हुक्मनामे दी विचार दा
ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ। ਰਸਨਾ ਪਵਿੱਤਰ ਕਰ ਦੇ ਇੱਕ ਵਾਰ, ਸਾਰੇ ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾ। ਸ਼ਾਂਤ ਇੱਕ ਓੰਕਾਰ ਸਤਿਗੁਰ ਪ੍ਰਸਾਦ। ਅੱਜ ਦਾ ਪਾਵਨ ਸ਼੍ਰੀ ਮੁਖ ਵਾਕ ਜੋ ਪੋਥੀ ਪਰਮੇਸ਼ਰ ਕੇ ਥਾਨ ਵਿੱਚੋਂ ਅੱਜ ਸਾਨੂੰ ਆਵਾਜ਼ਾ ਪ੍ਰਾਪਤ ਹੋਇਆ ਹੈ। ਇਸ ਨੂੰ ਚੰਗੀ ਤਰ੍ਹਾਂ ਆਪਾਂ ਪੱਲੇ ਬੰਨ੍ਹ ਲਈਏ। ਹਰੀ ਮੰਦਰ ਰੱਬ ਦਾ ਘਰ, ਉਸ ਦੇ ਅੰਦਰ ਇਹ ਪੋਥੀ ਪਰਮੇਸ਼ਰ का थान, ਇਹ परमात्मा ਦਾ ਆਪਣਾ ਸਵਰੂਪ ਔਰ ਉਹਦੇ ਵਿੱਚੋਂ ਉਹਦੀ ਆਪਣੀ ਬਾਣੀ ਜੋ ਇੱਕ ਵਿਧੀ ਵਿਧਾਨ ਸਤਿਗੁਰਾਂ ਨੇ ਸਾਨੂੰ ਬਖਸ਼ਿਆ ਹੈ ਕਿ ਅਸੀਂ ਆਪਣੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਤੋਂ ਅਗਵਾਨੀ ਕਿਵੇਂ ਪ੍ਰਾਪਤ ਕਰਨੀ ਹੈ। ਉਹਦਾ ਤਰੀਕਾ ਹੈ ਕਿ ਅਸੀਂ ਨਿਤਾ ਪ੍ਰਤੀ ਆਪਣੇ ਗੁਰੂ ਦਾ ਹੁਕਮ ਪ੍ਰਾਪਤ ਕਰੀਏ। ਸੋ ਬਿਲਾਵਲ ਰਾਗ ਅੰਦਰ ਅੱਜ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, ਬਾਣੀ ਦੇ ਬੋਹਿਤ ਗੁਰੂ ਅਰਜਨ ਦੇ ਪਿਤਾ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਇਆ। ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ 845-46 ਅੰਗ ਤੇ ਦਰਜ ਹੈ। ਸਾਰਿਆਂ ਤੋਂ ਪਹਿਲਾਂ ਸਤਿਗੁਰੂ ਜੀ ਨੇ ਪਰਮੇਸ਼ਰ ਦਾ, ਪਰਮਾਤਮਾ ਦਾ ਮੰਗਲ ਦਰਜ ਕੀਤਾ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਇੱਕ ਵਾਰੀ ਨਹੀਂ, ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਸੈਂਕੜੇ ਵਾਰੀ ਆਇਆ ਹੈ, ਸੈਂਕੜੇ ਵਾਰੀ। ਪਰ ਇਹ ਸਾਰੇ ਕੁਝ ਦੇ ਬਾਵਜੂਦ ਕੀ ਅਸੀਂ ਇਹ ਗੱਲ ਮੰਨ ਲਈ ਹੈ ਕਿ ਪਰਮਾਤਮਾ ਇੱਕ ਹੈ ਔਰ ਇੱਕ ਥਾਂ ਤੇ ਨਹੀਂ, ਉਹ ਸਾਰੀਆਂ ਥਾਵਾਂ ਤੇ ਹੈ। ਉਹ ਸਰਬ ਵਿਆਪਕ ਹੈ। ਉਹ ਸਦ ਸੁਣਦਾ, ਸਦ ਵੇਖਦਾ। ਜੇ ਅਸੀਂ ਇਸ ਨੂੰ ਮੰਨ ਲਿਆ, ਅਸੀਂ ਆਪਣੇ ਹਿਰਦੇ ਵਿੱਚ ਇਸ ਗੱਲ ਨੂੰ ਦ੍ਰਿੜ ਕਰ ਲਿਆ, ਤਾਂ ਸੱਚਮੁੱਚ ਅਸੀਂ ਗੁਰੂ ਨਾਨਕ ਦੇ ਪੈਰੋਕਾਰ ਅਖਵਾਉਣ ਦੇ ਅਸੀਂ ਹੱਕਦਾਰ ਹਾਂ। ਤਾਂ ਹੀ ਅਸੀਂ ਕਿਹਾ ਜਾ ਸਕਦੇ ਹਾਂ ਕਿ ਅਸੀਂ ਨਾਨਕ ਪੰਥੀ ਹਾਂ, ਅਸੀਂ ਗੁਰੂ ਨਾਨਕ ਦੇ ਸਿੱਖ ਹਾਂ, ਕਿਉਂਕਿ ਇਹ ਦਰ, ਇਹ ਘਰ, ਇਹ ਗੁਰੂ ਨਾਨਕ ਦਾ ਹੈ। ਤੋ ਜਿਹੜਾ ਸਿੱਖੀ ਦਾ ਮੂਲ ਸਿਧਾਂਤ ਹੈ, ਉਹ ਸਤਿਗੁਰੂ ਸਾਨੂੰ ਬਾਰ-ਬਾਰ ਦ੍ਰਿੜ ਕਰਾਉਂਦੇ ਨੇ, ਫਿਰ ਸਮਝਾਉਂਦੇ ਨੇ। ਸਤਿਗੁਰ ਪ੍ਰਸਾਦ। ਅਗਰ ਇਦਾਂ ਦਾ ਪ੍ਰਮਾਤਮਾ
ਜਿਹੜਾ ਇੱਕ ਹੋਵੇ, ਜਿਹੜਾ ਸਾਰੀਆਂ ਥਾਵਾਂ ਤੇ ਹੋਵੇ, ਉਹਦੇ ਮਿਲਣ ਦੇ ਪ੍ਰਤੀ ਜਿਵੇਂ ਅੱਜ ਦਾ ਜਿਹੜਾ ਸ਼ਬਦ ਹੈ, ਉਹ ਸਾਰੇ ਸ਼ਬਦ ਦਾ ਭਾਵ ਇਹੋ ਹੀ ਹੈ ਕਿ ਤੁਹਾਡੇ ਮਨ ਵਿੱਚ ਇਹ ਚਾਉ ਪੈਦਾ ਹੋਵੇ ਕਿ ਅਸੁਣ ਪ੍ਰੇਮ ਉਮਾਹੜਾ ਕਿਉਂ ਮਿਲੀਏ ਹਰ ਜਾਏ। ਕਿਵੇਂ ਪ੍ਰਮਾਤਮਾ ਨੂੰ ਮਿਲਿਆ ਜਾਏ, ਜਿਹੜਾ ਇੱਕ ਹੈ, ਜਿਹੜਾ ਸਾਰੀਆਂ ਥਾਵਾਂ ਤੇ ਹੈ। ਬੜੀ ਵੱਡੀ ਗੱਲ ਹੈ। ਮੈਂ ਤਾਂ ਜਦੋਂ ਦੀ ਸੁਰਤ ਸੰਭਾਲੀ ਹੈ, ਇਹੀ ਗੱਲ ਬਾਰ-ਬਾਰ ਸੁਣੀਦੀ ਹੈ। ਅਮਕੀ ਥਾਂ ਤੇ ਕੋਈ ਮਹਾਪੁਰਖ ਰਹਿੰਦੇ ਨੇ, ਉਹਨਾਂ ਦੀ ਵਡਿਆਈ ਇਹ ਹੈ ਕਿ ਉਹਨਾਂ ਦੇ ਮੰਨਣ ਵਾਲੇ ਭਗਤ ਕਹਿੰਦੇ ਨੇ, ਕੋਈ ਕਹਿੰਦਾ ਮੈਂ ਬਾਬਾ ਜੀ ਨੂੰ ਇੱਥੇ ਵੇਖਿਆ, ਕੋਈ ਕਹਿੰਦਾ ਮੈਂ ਬਾਬਾ ਜੀ ਨੂੰ ਉਸੇ ਟਾਈਮ ਮੈਂ ਉੱਥੇ ਵੀ ਵੇਖਿਆ। ਔਰ ਐਸੇ ਮਹਾਪੁਰਖ ਸਿੱਖੀ ਵਿੱਚ ਹੋਏ ਨੇ, ਪਰ ਹੈਨ ਉਹ ਉਂਗਲਾਂ ਤੇ ਪੋਟਿਆਂ ਤੇ ਗਿਣੇ ਜਾਣ ਵਾਲੇ ਕਿ ਫੌਜ ਵਿੱਚ ਨੌਕਰੀ ਕਰਦੇ ਆ, ਉਹ ਸਮਾਧੀ ਵਿੱਚ ਬੈਠੇ ਨੇ। ਸਮਾਂ ਆਪਣੀ ਚਾਲ ਚੱਲਿਆ, ਡਿਊਟੀ ਦਾ ਵਕਤ ਵੀ ਲੰਘ ਗਿਆ। ਜੇ ਮੌਕੇ ਤੇ ਜਾ ਕੇ ਕਿਸੇ ਅੰਗਰੇਜ਼ ਆਫੀਸਰ ਨੇ ਚੈਕਿੰਗ ਕੀਤੀ ਹੈ, ਇਸ ਗੱਲ ਦੀ ਪੜਤਾਲ ਕੀਤੀ ਹੈ, ਸ਼ਿਕਾਇਤ ਮਿਲਣ ਤੋਂ ਬਾਅਦ ਕਿ ਵੇਖੋ ਜੀ ਅਮਕਾ ਆਦਮੀ ਤੇ ਹਾਜ਼ਰ ਨਹੀਂ ਹੈ, ਤੇ ਉਹਨੇ ਜਾ ਕੇ ਵੇਖਿਆ ਤੇ ਉੱਥੇ ਹਾਜ਼ਰ ਸੀ। ਫਿਰ ਜਦੋਂ ਉਸਨੇ ਆ ਕੇ ਬੈਰਕ ਵਿੱਚ ਉਸ ਨੂੰ ਵੇਖਿਆ ਤੇ ਉਹ ਉੱਥੇ ਵੀ ਬੈਠਾ ਸੀ। ਇਹੋ ਜੀਆਂ ਆਪਣੇ ਪ੍ਰਤੀ ਗੱਲਾਂ ਸੁਣਨ ਤੋਂ ਬਾਅਦ ਉਹ ਜਿਹੜੇ ਪਰਮੇਸ਼ਰ ਦੇ ਭਗਤ ਹੋਏ, ਉਹਨਾਂ ਨੇ ਫਿਰ ਆਪਣੀ ਗਲਤੀ ਵੀ ਮੰਨੀ ਔਰ ਫਿਰ ਇਹ ਮੰਨ ਲਿਆ ਕਿ ਜੇ ਰੱਬ ਮੇਰੀ ਥਾਂ ਤੇ ਜਾ ਕੇ ਡਿਊਟੀ ਕਰਦਾ ਹੈ ਤੇ ਫਿਰ ਅੱਜ ਤੋਂ ਬਾਅਦ ਮੈਂ ਰੱਬ ਦੀ ਡਿਊਟੀ ਕਰਾਂਗਾ, ਮੈਂ ਕਿਸੇ ਸਰਕਾਰ ਦੀ ਡਿਊਟੀ ਨਹੀਂ ਕਰਾਂਗਾ। ਅਸੀਂ ਉਹਨਾਂ ਦੀ ਪੂਜਾ ਵੀ ਕੀਤੀ, ਅਸੀਂ ਉਹਨਾਂ ਤੋਂ ਮਾਰਗਦਰਸ਼ਨ ਵੀ ਲਿਆ, ਪਰ ਇਹ ਘਟਨਾ ਜਿਹੜੀ ਹੈ ਇਹ ਕੇਵਲ ਇੱਕ ਥਾਂ ਨਾਲ ਸੰਬੰਧਿਤ, ਦੋ ਥਾਵਾਂ ਨਾਲ ਸੰਬੰਧਿਤ ਹੈ, ਕੋਈ 2 4 5 ਵਿਸ਼ੇਸ਼ ਵਿਅਕਤੀਆਂ ਨਾਲ ਸੰਬੰਧਿਤ ਹੈ। ਪਰ ਜਿਹੜੀ ਗੱਲ ਮੇਰੇ ਗੁਰੂ ਨਾਨਕ ਪਿਤਾ ਮਹਾਰਾਜ ਕਹਿੰਦੇ ਨੇ ਮੂਲ ਮੰਤਰ ਦੇ ਵਿੱਚ, ਉਹ ਰੱਬ ਦੇ ਪ੍ਰਤੀ ਹੈ ਕਿ ਰੱਬ ਇੱਕ ਥਾਂ ਤੇ ਨਹੀਂ, ਉਹ ਤੇ ਸਾਰੀਆਂ ਥਾਵਾਂ ਤੇ ਹੈ। ਜੈ ਜੈ ਪੇਖੋਂ ਤਹਿ ਹਜੂਰ, ਵੇਖੋ ਤਾਂ ਸਹੀ ਭਾਈ, ਤੂੰ ਸਭਨੀ ਥਾਈ ਜਿੱਥੇ ਹੋਂ ਜਾਈ। परमात्मा मैं जिथे भी जाना तू सारियां थावां ते मौजूद है। जतर ततर दिशा विशा होए फैले हो अनुराग, कोई थां ऐसी नहीं है जिथे परमात्मा नहीं है। सो यही गल सानू सिक्खी नू वधन फुलन वास्ते उत्साहित भी करती है कि सिखा मत सोची कि तू इस थां तो दूजी थां जावेगा ते तेरे धर्म का की होवेगा। तेरे धर्म नू कोई खतरा नहीं है, क्योंकि तैनू गुरु ने एक गल दृढ़ करा दी है कि गुर मेरे संग सदा है नाले, सिमर सिमर तिस सदा संभाले। तू उन्होंने सिमरिया कर, वो तेरी अंग संग होके रखिया भी करेगा, तेरी संभाल भी करेगा। तो जदों ये गल दृढ़ हो जाए तो फिर एक गल पल्ले बन लेना, इहो जिहा परमात्मा गुरु की कृपा तो बिना नहीं मिलेगा। अज श्रोमणी भगत सैन जी का पवित्र जन्म दिहाड़ा भी है। आप समूह संगत नू समूह नानक नाम लेवा गुरसिखां नू लख लख बधाइयां।
ਭਗਤ ਸੈਨ ਜਿਹੜੇ ਸਨ ਉਹ ਬਾਂਧਵਗੜ੍ਹ ਰੀਵਾ ਦੇ ਇਲਾਕੇ ਦੇ ਰਹਿਣ ਵਾਲੇ ਸਨ। ਉਹ ਰੀਵਾ ਦੇ ਰਾਜਾ ਰਾਮ ਦੇ ਉਹ ਘਰ ਦੇ ਇੱਕ ਨੌਕਰ ਸਨ। ਅਖੌਤੀ ਜਾਤ ਉਹਨਾਂ ਦੀ ਜਿਹੜੀ ਸੀ ਉਹ ਨਾਈ ਸੀ। ਪਰ ਜਦੋਂ ਉਹ ਆਪਣਾ ਗੁਰੂ ਰਾਮਾਨੰਦ ਜੀ ਨੂੰ ਧਾਰਨ ਕਰਦੇ ਨੇ ਤਾਂ ਫਿਰ ਉਹਨਾਂ ਨੂੰ ਪਰਮਾਤਮਾ ਦੇ ਮਿਲਾਪ ਦਾ ਇੱਕ ਰਸਤਾ ਪ੍ਰਾਪਤ ਹੁੰਦਾ ਹੈ। ਔਰ ਫਿਰ ਉਹ ਜਿਸ ਰਸਤੇ ਤੁਰਦੇ ਨੇ ਫਿਰ ਉਹ ਆਪ ਆਪਣੀ ਬਾਣੀ ਵਿੱਚ ਕਹਿੰਦੇ ਨੇ ਕਿ ਮਦਨ ਮੂਰਤ ਭੈ ਤਾਰ ਗੋਬਿੰਦੇ ਸੈਣ ਭਣੇ ਭਜ ਪਰਮਾਨੰਦੇ, ਕਿ ਜਿਹੜਾ ਸੈਨ ਹੈ ਉਹ ਪਰਮਾਤਮਾ ਦਾ ਸਿਮਰਨ ਕਰਦਾ ਹੈ, ਉਹ ਪਰਮਾਤਮਾ ਦੀ ਆਰਾਧਨਾ ਕਰਦਾ ਹੈ। ਹੁਣ ਇਹ ਗੱਲ ਅਗਰ ਸਾਨੂੰ ਜੀਵਨ ਵਿੱਚ ਸਮਝ ਆ ਜਾਏ, ਮੈਂ ਇੱਕ ਬੇਨਤੀ ਇੱਥੇ ਜ਼ਰੂਰ ਕਰਨੀ ਚਾਹੁੰਦਾ। ਭਗਤ ਬਾਣੀ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੇ ਵਿੱਚ ਜੋ ਭਗਤ ਬਾਣੀ ਦਰਜ ਹੈ, ਇਸ ਬਾਣੀ ਦੇ ਨਾਲ ਸਤਿਗੁਰੂ ਜੀ ਦੇ ਪਾਵਨ ਸਰੂਪ ਦੇ ਪ੍ਰਤੀ ਔਰ ਇਹਨਾਂ ਦੇ ਗੁਰੂ ਪਦ ਦੇ ਪ੍ਰਤੀ ਸਮੁੱਚੇ ਸੰਸਾਰ ਨੂੰ ਇੱਕ ਸੁਨੇਹਾ ਦੇ ਦਿੱਤਾ ਹੈ ਕਿ ਗੁਰੂ ਨਾਨਕ ਦੇ ਪ੍ਰਤੀ ਕਿੰਤੂ ਪਰੰਤੂ ਨਹੀਂ ਕਰਨਾ। ਨਹੀਂ ਤਾਂ ਸ਼ਾਇਦ ਅੱਜ ਦੀ ਤਰਕਵਾਦੀ ਦੁਨੀਆ ਕਹਿ ਦਿੰਦੀ ਇਹ ਤੇ ਗੁਰੂ ਨਾਨਕ ਦਾ ਆਪਣਾ ਮਤ ਹੈ। ਜਿਹੜਾ ਸਿੱਖੀ ਹੈ, ਜਿਹੜਾ ਸਿੱਖ ਧਰਮ ਹੈ, ਇਹ ਜਿਹੜਾ ਖਾਲਸਾ ਪੰਥ ਹੈ, ਇਹ ਗੁਰੂ ਨਾਨਕ ਦਾ ਆਪਣਾ ਨਿੱਜੀ ਮਤ ਹੈ, ਜਾਂ ਉਹਦਾ ਆਪਣਾ ਜਾਂ ਉਹਦੇ ਅੱਗੋਂ ਆਪਣਿਆਂ ਦਾ। ਇਹ ਗੱਲ 6 ਗੁਰੂਆਂ ਤੱਕ ਸੀਮਤ ਰਹਿ ਜਾਣੀ ਸੀ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਅੱਗੋਂ ਉਹਨਾਂ 10 ਗੁਰੂਆਂ ਤੱਕ ਮੰਨੀ ਜਾਣੀ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਤੱਕ ਜਿਹੜੇ ਇਸ ਗੱਦੀ ਨਸ਼ੀਨ ਹੋਏ, ਜਿਹੜੇ ਸਤਿਗੁਰੂ ਦੀ ਜੋਤ ਤੇ ਜੁਗਤ ਦੇ ਉਤਰਾ ਅਧਿਕਾਰੀ ਹੋਏ, ਇਹਨੂੰ ਸੰਸਾਰ ਨੇ ਨਮਸਕਾਰ ਨਹੀਂ ਸੀ ਕਰਨੀ। ਹੁਣ ਜਦੋਂ ਅਸੀਂ ਭਗਤਾਂ ਦੀ ਬਾਣੀ ਪੜ੍ਹਦੇ ਹਾਂ ਫਿਰ ਸਾਨੂੰ ਪਤਾ ਲੱਗਦਾ ਹੈ ਕਿ ਅਸਲ ਵਿੱਚ ਮੂਲ ਨਾ ਜਾਣੋ ਭੇਦ ਸਾਈਂ ਜਿਹਿਆ। ਉਹਨਾਂ ਦੇ ਆਪਸ ਵਿੱਚ ਕੋਈ ਫਰਕ ਨਹੀਂ ਹੁੰਦਾ। ਜਿਹੜੇ ਸੱਚ ਦੇ ਮੁਤਲੈਸ਼ੀ ਹੋ ਕੇ ਤੁਰੇ ਨੇ ਉਹਨਾਂ ਸਾਰਿਆਂ ਦਾ ਰਸਤਾ ਇੱਕ ਹੈ, ਉਹਨਾਂ ਸਾਰਿਆਂ ਦਾ ਗਿਆਨ ਇੱਕ ਹੈ। ਔਰ ਇਹਦੀ ਸਭ ਤੋਂ ਵੱਡੀ ਗਵਾਹੀ ਆਸਾ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਨੇ ਦਿੱਤੀ ਹੈ ਕਿ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਸ਼ੀਪਰੋ ਹੋਇਓ ਲਾਖੀਣਾ। ਪਹਿਲੀ ਉਦਾਹਰਣ ਦਿੱਤੀ ਭਗਤ ਨਾਮਦੇਵ ਦੀ। ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਗੋਬਿੰਦ 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 ਸੰਗ, ਜਿਵੇਂ ਆਪਾਂ ਅਰਦਾਸ ਵਿੱਚ 3 ਵਾਰੀ ਵਾਹਿਗੁਰੂ ਕਹਿੰਦੇ ਆ ਨਾ, ਮਨ ਕਰਕੇ, ਵਚਨ ਕਰਕੇ, ਕਰਮ ਕਰਕੇ। ਮਨ ਕੀ ਹੈ? ਤੁਹਾਡੇ ਫੁਰਨੇ। ਵਚਨ ਕੀ ਹੈ? ਤੁਹਾਡੀ ਬਾਣੀ ਜੋ ਤੁਸੀਂ ਬੋਲਦੇ ਹੋ। ਕਰਮ ਕੀ ਹੈ? ਜੋ ਤੁਸੀਂ ਤੁਹਾਡੇ ਕੰਮ ਜੋ ਤੁਸੀਂ ਕਰਦੇ ਹੋ। ਇਦਾਂ ਨਹੀਂ ਹੈ ਕਿ ਤੁਹਾਡੀ ਬਾਣੀ ਕੁਝ ਹੋਰ ਕਵੇ, ਤੁਹਾਡੇ ਕੰਮ ਕੁਝ ਹੋਰ ਕਹਿਣ। ਫਿਰ ਤਾਂ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਤੇ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਫਿਰ ਇਦਾਂ ਨਹੀਂ ਹੋਏਗਾ ਕਿ ਮੂੰਹ ਮੈਂ ਰਾਮ ਰਾਮ ਬਗਲ ਮੈਂ ਛੁਰੀ। ਜਿਨ੍ਹਾਂ ਨੇ ਮਨ ਬਚਨ ਕਰਮ ਕਰਕੇ ਆਪੇ ਨੂੰ ਪਰਮਾਤਮਾ ਵਿੱਚ ਲੀਨ ਕੀਤਾ, ਉਹ ਅੱਧੀ ਦਮੜੀ ਦਾ ਇਨਸਾਨ ਹੋਇਓ ਲਾਖੀਣਾ। ਕਿਆ ਤੇ ਲੋਕ ਅਖੌਤੀ ਜਾਤ ਲੈ ਕੇ ਕਹਿੰਦੇ ਸੀ ਹੈ ਤੇ ਛੀਂਬਾ ਹੀ ਹੈ। ਫਿਰ ਬੁਨਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ।
नीच कुला जुलाहरा भयो गुणी गहीरा। फिर भगत कबीर जी की उदाहरण दी। जदों उन्हां ने प्रीत परमात्मा नाल जोड़ी है ते वो नीच किया जाण वाला एक जुलाहा अखौती जात का नाम दर्ज किया है, वो लखां दा हो गया। भगत नामदेव जी की उदाहरण दी, फिर भगत कबीर जी की उदाहरण दी है। वो गुणा का घर बन गया। भयो गुणी गहीरा। फिर रविदास ढवंता ढोर नीत तिन त्यागी माया, प्रगट होआ साध संग हर दर्शन पाया। फिर भगत रविदास जी का जिक्र किया। लोग उन्होंने अखौती जात का नाम लैके चमियार कहते सी। वो लोगों के घरों विचों मरे पशु चुक के हड्डा रोड़ी में सुट के आउंदे सी। पर जदों परमात्मा दे भगती वाले रस्ते तुरे ते वो संसार विच प्रगट हो गए। इसे तरह सैन नाई बुत कारिया वो घर घर सुनिया, हिरदे वसिया पार ब्रह्म भगता मैं गणिया। किथे उन्होंने अखौती जात का नाम लैके नाई कहा जाता सी। लोगों के घरों विच लोगों के नौह कट्टण वाला, लोगों दियां होर छोटियां छोटियां बुतियां करन वाला। कदे लोग इस तरह का मनते सी, पर जदों भगती के रस्ते ते तुरे ते उन्हां दी शोभा घर घर विच सुनी गई। हुण ये बिद सुन के जाटरो उठ भगती लागा, ते मिलै परतख गुसैया धन्ना वड भागा। पंज भगतां दा नाम लैके गुरु अर्जन देव पिता महाराज समझाउंदे ने, इन्हां सारियां दा मत एक है, इन्हां दा मार्ग भी एक है। क्योंकि सर्व धर्म में श्रेष्ठ धर्म हर को नाम जप निर्मल कर्म। इन्हां भगत साहबानां दी बाणी दर्ज होण नाल, इन्हां भगत साहबानां दा नाम दर्ज होण दे नाल मेरे सतगुरु गुरु नानक देव पिता महाराज का जिहड़ा सिद्धांत है उहदी वडियाई वड्डी होई है। हुण कई बारी साडे मनां विच संकीर्णता भी आउंदी है, और मैं तुहानूं अनमतां वालियां दी लोकां दी व्याख्या सुणावां। वो कहंदे ने साडे महाराज ने ये कहा है। किवें कहा है? कहंदे जिवें गुरु नानक ने आदि ग्रंथ विच कहा है, जिवें श्री कृष्ण जी ने गीता विच कहा है। हुण तुहानूं इदां लगदा है भी जिद्दां शायद ये ते बई सारे धर्मां नूं मनण वाला मनुख है। नहीं, वो अपने बापू की प्रोढ़ता करा रहे दूजिया कोलों, पर इत्थे मेरे सतगुरु जी ने वरत्या नहीं है। इत्थे किसी दे नाम नूं वरत्या नहीं, उहदे नाम नूं सन्मानिया है, उन्होंने अपने घर विच बराबर सन्मान दिता है। और ये साडा भी फर्ज बनता है कि असीं भगत साहबानां दे दिन उवें ही मनाइए जिवें असीं होर महापुरखां दे गुरु साहबानां दे पावन गुरपुरब मनाउने हैं। देखो ये जिहड़ी समुची लुकाई है ना, ये किसी दी जर खरीद नहीं है। हर मनुख अपनी मत दा धारनी है, हर मनुख अपनी मन की मर्जी का मालक है। और गल सिर्फ इन्नी जिहड़ी अज गुरु अर्जन देव पिता बाणी विच समझाउंदे ने। हाँ जी, मंगल साज पया प्रभ अपना गाया राम। शब्द का आकार स्वरूप वड्डा है, शंत है। मंगल साज पया, मंगल कहते ने खुशी नूं। साज जिवें कहने आपां साजो समान, मंगल दा साज हो गया, मंगल दा रंग बन गया। खुशी दा वातावरण जिहड़ा सी वो सिरजिया गया। कदों? प्रभ अपना गाया राम, जदों अपने परमात्मा नूं, जदों अपने इष्ट नूं, जदों एक अकाल पुरख दी आराधना असी करांगे,
ਜਦੋਂ ਇੱਕ ਪਰਮਾਤਮਾ ਨੂੰ ਅਸੀਂ ਸਿਮਰਾਂਗੇ, ਕਿਉਂਕਿ ਉਸ ਪਰਮਾਤਮਾ ਦੇ ਸਿਮਰਨ ਤੋਂ ਬਿਨਾਂ ਇਹ ਖੁਸ਼ੀ, ਇਹ ਆਨੰਦ, ਇਹ ਖੇੜਾ ਪ੍ਰਾਪਤ ਹੋ ਹੀ ਨਹੀਂ ਸਕਦਾ। ਤਾਂ ਹੀ ਤਾਂ ਸਤਿਗੁਰੂ ਕਹਿੰਦੇ ਨੇ, ਆਨੰਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ। ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਤੇ ਫਿਰ ਭਾਈ ਬਾਕੀ ਚੀਜ਼ਾਂ ਕਿੱਥੋਂ ਆ ਗਈਆਂ? ਦੁੱਖ ਉਤਰ ਗਏ, ਰੋਗ ਉਤਰ ਗਏ, ਸੰਤਾਪ ਉਤਰ ਗਏ ਜਦੋਂ ਤੂੰ ਸੱਚੀ ਬਾਣੀ ਨੂੰ ਸੁਣਿਆ। ਫਿਰ ਧਾਗੇ, ਤਵੀਤ, ਮੌਲੀਆਂ, ਲਾਚੀਆਂ, ਪਤਾ ਨਹੀਂ ਕੀ ਕੀ ਇਕੱਠਾ ਕਰੀ ਜਾਂਦੇ ਆ ਆਪਾਂ। ਫਿਰ ਇਹਨੂੰ ਹੀ ਕਹਿੰਦੇ ਨੇ ਨਾ ਵੀ ਬਚਨ ਕੁਝ ਹੋਰ ਨੇ, ਕਰਮ ਕੁਝ ਹੋਰ ਨੇ। ਭਗਤ ਨਾਮਦੇਵ ਨੇ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ। ਹੁਣ ਫਿਰ ਕਦੋਂ ਅਸੀਂ ਲੋਕਾਂ ਨੂੰ ਕਵਾਂਗੇ ਵੀ ਆਨੰਦ ਸੁਣੋ ਵਡਭਾਗੀ? ਅਸੀਂ ਤੇ ਕਹਿੰਦੇ ਵੀ ਸਾਡੀ ਸੁਣੋ ਜੀ, ਇਸ ਤੇ ਲੁੱਟੇ ਗਏ ਜੀ, ਮਾਰੇ ਗਏ ਜੀ, ਪੁੱਟੇ ਗਏ ਜੀ, ਕੁੱਟੇ ਗਏ ਜੀ। ਸਾਡੀਆਂ ਦੁਹਾਈਆਂ ਹੀ ਲੋਕ ਸੁਣਦੇ ਨੇ, ਸਾਡਾ ਆਨੰਦ ਕੋਈ ਨਹੀਂ ਸੁਣਦਾ। ਤੇ ਜੇ ਸੁਣਦਾ ਵੀ ਕੋਈ ਹੈ ਤਾਂ ਫਿਰ ਗੁਰੂ ਅਮਰਦਾਸ ਮਹਾਰਾਜ ਦੇ ਬਚਨ ਕਿ ਆਨੰਦ ਆਨੰਦ ਸਭ ਕੋ ਕਹੈ। ਹੁਣ ਕਹਿਣ ਵਾਲੀ ਗੱਲ ਤੇ ਜਿਹਨੂੰ ਉਧਾਰਿਆ ਹੈ, ਜਿਹਨੂੰ ਮਰਜ਼ੀ ਪੁੱਛ ਲਓ ਕੀ ਹਾਲ ਹੈ ਜੀ, ਕਹਿੰਦੇ ਜੀ ਆਨੰਦ ਹੈ। ਤੁਸੀਂ 5 ਮਿੰਟ ਉਹਦੇ ਨਾਲ ਚਾਹ ਦਾ ਕੱਪ ਬਹਿ ਕੇ ਪੀ ਲਓ, ਉਹਦਾ ਆਨੰਦ ਇਦਾਂ ਦਾ ਹੋਵੇਗਾ ਜਿਵੇਂ ਬੰਦ ਗੋਭੀ ਹੁੰਦੀ ਹੈ, ਪੱਤੇ ਹੀ ਪੱਤੇ ਨੇ, ਫੁੱਲ ਕੋਈ ਨਹੀਂ ਹੈ। ਇਉਂ ਤੁਹਾਨੂੰ ਮਹਿਸੂਸ ਹੋਏਗਾ 5 ਮਿੰਟਾਂ ਵਿੱਚ ਵੀ ਇਸ ਧਰਤੀ ਦਾ ਸਭ ਤੋਂ ਦੁਖਿਆਰਾ ਮਨੁੱਖ ਇਹੋ ਹੀ ਹੈ। ਤੇ ਬਾਣੀ ਰੋਜ਼ ਪੜ੍ਹੀ ਜਾਂਦਾ, ਕਹਿੰਦੇ ਜੀ ਆਨੰਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪਾਇਆ, ਉਤਰੇ ਸਗਲ ਵਸੂਰੇ। ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਪੜ੍ਹਦਾ ਇਹ ਹੈ, ਪਰ ਉਹਦੀਆਂ ਦੁਹਾਈਆਂ ਕੁਝ ਹੋਰ ਨੇ, ਉਹਦੀ ਅਵਸਥਾ ਕੁਝ ਹੋਰ ਹੈ। ਇਹ ਮੰਗਲ ਸਾਜ ਭਇਆ ਪ੍ਰਭ ਆਪਣਾ ਗਾਇਆ ਰਾਮ। ਜਦੋਂ ਆਪਣੇ ਪ੍ਰਭੂ ਨੂੰ ਗਾਵਾਂਗੇ ਤੇ ਸਭ ਖੁਸ਼ੀ ਦਾ ਰੰਗ ਬਣ ਜਾਏਗਾ, ਸਭ ਸੌਜ ਸਮਗਰੀ ਉਦਾਂ ਦਾ ਵਾਤਾਵਰਨ ਬਣ ਜਾਏਗਾ। ਹਾਂਜੀ, ਅਬਨਾਸੀ ਵਰ ਸੁਣਿਆ, ਮਨ ਉਪਜਿਆ ਚਾਇਆ ਰਾਮ। ਜੀਵ ਰੂਪੀ ਇਸਤਰੀ ਨੂੰ ਪਤਾ ਲੱਗਿਆ ਕਿ ਜਿਹਦੇ ਨਾਲ ਤੇਰੀ ਸ਼ਾਦੀ ਹੋਣੀ ਹੈ, ਜਿਹਦੇ ਨਾਲ ਤੇਰਾ ਵਿਆਹ ਹੋਣਾ ਹੈ, ਜਿਹਦੇ ਨਾਲ ਤੇਰਾ ਆਨੰਦ ਕਾਰਜ ਕੀਤਾ ਜਾਣਾ ਹੈ, ਜਿਹਦੇ ਨਾਲ ਤੇਰੀ ਮੈਰਿਜ ਹੋਣੀ ਹੈ, ਉਹ ਅਬਨਾਸ਼ੀ ਪੁਰਖ ਹੈ। ਉਹ ਅਬਨਾਸ਼ੀ ਪੁਰਖ ਹੈ, ਉਹਨੇ ਕਦੇ ਮਰਨਾ ਨਹੀਂ। ਉਹ ਬੜੀ ਵੱਡੀ ਉਮਰ ਵਾਲਾ ਹੈ। ਹੁਣ ਇੱਕ ਇਸਤਰੀ ਵਾਸਤੇ ਇਸ ਤੋਂ ਵੱਡੀ ਖੁਸ਼ਖਬਰੀ ਕੀ ਹੋ ਸਕਦੀ ਹੈ ਕਿ ਤੇਰੇ ਜੀਵਨ ਵਿੱਚ ਕਦੇ ਰੰਡੇਪਾ ਨਹੀਂ ਆਏਗਾ, ਤੂੰ ਕਦੇ ਦੁਹਾਗਣ ਨਹੀਂ ਹੋਵੇਂਗੀ, ਤੂੰ ਸੁਹਾਗਵਤੀ ਰਵੇਂਗੀ। ਜਦੋਂ ਇਹ ਗੱਲ ਸੁਣੀ, ਅਬਨਾਸ਼ੀ ਵਰ ਸੁਣਿਆ, ਮਨ ਉਪਜਿਆ ਚਾਇਆ ਰਾਮ। ਮਨ ਵਿੱਚ ਚਾਹ ਪੈਦਾ ਹੋ ਗਿਆ ਵੀ ਮੈਨੂੰ ਇਦਾਂ ਦਾ ਪਤੀ ਮਿਲਣ ਲੱਗਿਆ, ਇਦਾਂ ਦੇ ਪਤੀ ਨਾਲ ਮੇਰੀ ਸ਼ਾਦੀ ਹੋਣ ਲੱਗੀ ਹੈ। ਹਾਂਜੀ, ਮਨ ਪ੍ਰੀਤ ਲਾਗੈ ਵੱਡਾ ਭਾਗੈ, ਕਬ ਮਿਲੀਐ ਪੂਰਨ ਪਤੇ। ਫਿਰ ਮਨ ਪ੍ਰੀਤ ਲੱਗ ਹੈ, ਮਨ ਵਿੱਚ ਪਿਆਰ ਲੱਗਦਾ ਹੈ, ਪਰ ਇਹ ਚੇਤਾ ਰੱਖਣਾ ਵੱਡਾ ਭਾਗ ਹੈ, ਵੱਡੇ ਭਾਗਾਂ ਤੋਂ ਬਿਨਾਂ ਨਹੀਂ। ਸਤਿਗੁਰੂ ਦੀ ਬਾਣੀ ਬਾਰ-ਬਾਰ ਸਮਝਾਉਂਦੀ ਹੈ, ਅਸੀਂ ਮੰਨਦੇ ਵੀ ਹਾਂ। ਕਹਿੰਦੇ ਜੀ ਬਸ ਮੇਰੇ ਕੋਈ ਭਾਗ ਹੀ ਚੰਗੇ ਸੀ, ਬਸ ਆ ਪਲਾਟ ਮਿਲ ਗਿਆ, ਮੇਰੇ ਭਾਗ ਚੰਗੇ ਸੀ, ਬਸ ਗਿਆਨੀ ਜੀ ਬੜੇ ਟਾਈਮ ਨਾਲ ਫੈਕਟਰੀ ਵਾਲੀ ਥਾਂ ਮਿਲ ਗਈ, ਬੜੇ ਚੰਗੇ ਭਾਗ ਸੀ, ਕਹਿੰਦੇ ਬਸ ਬੰਦਾ ਵਾਕਫ ਸੀ, ਉਦੋਂ ਲਾਇਸੈਂਸ ਮਿਲ ਗਿਆ ਫੈਕਟਰੀ ਦਾ। ਵੀ ਬਾਕੀ ਗੱਲਾਂ ਕਿਸਮਤ ਨਾਲ ਹੁੰਦੀਆਂ ਨੇ, ਭਾਗਾਂ ਨਾਲ ਹੁੰਦੀਆਂ ਨੇ। ਇੱਕ ਧਰਮ ਹੀ ਹੈ ਜਿਹਦੇ ਪ੍ਰਤੀ ਤੂੰ ਸੋਚਦਾ ਹੀ ਨਹੀਂ ਵੀ ਜਦੋਂ ਮੈਂ ਮਰਜ਼ੀ ਕਰ ਲਵਾਂਗਾ
ਤੂੰ ਕਿਸੇ ਭੁਲੇਖੇ ਵਿੱਚ ਹੈ। ਇਹ ਬਿਨ ਭਾਗਾ ਸਤ ਸੰਗ ਨਾ ਲੱਭੈ, ਬਿਨਾ ਭਾਗਾਂ ਤੋਂ ਤੈਨੂੰ ਸੰਗਤ ਨਹੀਂ ਲੱਭਣੀ, ਬਿਨਾ ਚੰਗੇ ਭਾਗਾਂ ਤੋਂ ਤੈਨੂੰ ਸੁਣਨ ਵਾਸਤੇ ਬਾਣੀ ਨਹੀਂ ਮਿਲਣੀ, ਬਿਨਾ ਚੰਗੇ ਭਾਗਾਂ ਤੋਂ ਤੈਨੂੰ ਗੁਰੂ ਦੇ ਦਰਸ਼ਨ ਨਹੀਂ ਹੋਣੇ। ਵੱਡਾ ਭਾਗ ਭੇਟੇ ਗੁਰਦੇਵਾ, ਕੋਟ ਅਪਰਾਧ ਮਿਟੇ ਹਰ ਸੇਵਾ। ਬੜੇ ਵੱਡੇ ਭਾਗ ਹੋਣਗੇ ਤਾਂ ਉਸ ਪ੍ਰਕਾਸ਼ ਦੇਵ ਰੂਪ ਗੁਰੂ ਦਾ ਮਿਲਾਪ ਹੋਵੇਗਾ। ਨਹੀਂ ਤਾਂ ਅੱਜ ਕਿਹੋ ਜਿਹੇ ਗੁਰੂ ਮਿਲੇ ਨੇ ਪਤਾ ਤੁਹਾਨੂੰ? ਜਿਹੜੇ ਅੱਜ ਲੋਕਾਂ ਨੂੰ ਗੁਰੂ ਮਿਲੇ ਨੇ, ਕਦੇ ਅਖਬਾਰਾਂ ਪੜ੍ਹੋ ਫਿਰ ਪਤਾ ਲੱਗਦਾ ਹੈ। ਸਾਡੀ ਖੁਸ਼ਕਿਸਮਤੀ ਹੈ, ਸਾਨੂੰ ਗੁਰੂ ਮਿਲਿਆ ਗੁਰੂ ਨਾਨਕ, ਜਿਹਦੀ ਸ਼ੋਭਾ ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਸਾਨੂੰ ਵੱਡੀ ਕਮਾਈ ਵਾਲਾ ਸਤਿਗੁਰੂ ਮਿਲਿਆ, ਸਾਨੂੰ ਵੱਡਾ ਦਾਤਾ ਸਤਿਗੁਰੂ ਮਿਲਿਆ, ਸਾਨੂੰ ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰ ਉਪਕਾਰੀ ਗੁਰੂ ਹਰਗੋਬਿੰਦ ਸਾਹਿਬ ਮਿਲਿਆ। ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਕੀਨੋ ਵੱਡੋ ਕੱਲੂ ਮੈਂ ਸਾਕਾ। ਕਲਯੁਗ ਦੀ ਸਭ ਤੋਂ ਵੱਡੀ ਘਟਨਾ ਨੂੰ ਅੰਜਾਮ ਦੇਣ ਵਾਲਾ ਸਾਨੂੰ ਗੁਰੂ ਤੇਗ ਬਹਾਦਰ ਮਿਲਿਆ। ਸਾਨੂੰ ਉਹ ਗੁਰੂ ਕਲਗੀਧਰ ਪਾਤਸ਼ਾਹ ਮਿਲਿਆ ਜਿਹੜਾ ਸਰਬੰਸ ਦਾਨੀ ਹੈ, ਜਿਹੜਾ ਮਰਦ ਅਗੰਮੜਾ ਵੈ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਸਾਨੂੰ ਉਹ ਗੁਰੂ ਮਿਲਿਆ। ਅੱਜ ਉਹ ਉਦਾਂ ਦੇ ਗੁਰੂ ਮਿਲਦੇ ਨੇ ਕਿ ਮੁੜ ਕੇ ਆਪਣੇ ਮੂੰਹ ਅੱਗੇ ਆਪ ਹੀ ਹੱਥ ਰੱਖ ਕੇ ਗੱਲ ਕਰਨੀ ਪੈਂਦੀ ਹੈ, ਸ਼ਰਮਸਾਰ ਹੋਣਾ ਪੈ ਰਿਹਾ ਹੈ। ਪਰ ਇੱਥੇ ਜਿੰਨਾ ਮਾਣ ਕਰੋਗੇ, ਜਿੰਨਾ ਸਵੈ ਮਾਣ ਕਰੋਗੇ, ਜਿੰਨਾ ਆਪਣੇ ਅੰਦਰ ਆਪਣੇ ਗੁਰੂ ਦੇ ਪ੍ਰਤੀ ਤੁਸੀਂ ਇਹ ਜਲਾਓ ਲੈ ਕੇ ਆਓਗੇ ਕਿ ਇਹੋ ਜਿਹਾ ਸਤਿਗੁਰੂ ਮੈਨੂੰ ਮਿਲਿਆ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲੋਂ ਵੱਡਾ ਨੇਕ ਕਲੰਕ ਕੌਣ ਹੋ ਸਕਦਾ ਹੈ? ਮੈਂ ਤਾਂ ਹਮੇਸ਼ਾ ਬੇਨਤੀ ਕਰਦਾ, ਅੱਜ ਮੇਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਸੇ ਕਮਰੇ ਵਿੱਚ ਪ੍ਰਕਾਸ਼ਮਾਨ ਹੋਣ, ਭਾਵੇਂ ਉੱਥੇ ਕੋਈ ਸ਼ੀਸ਼ੇ ਦਾ ਦਰਵਾਜ਼ਾ ਨਾ ਹੋਵੇ, ਭਾਵੇਂ ਲੱਖ ਉੱਤੇ ਕਾਲੀਆਂ ਫਿਲਮਾਂ ਲੱਗੀਆਂ ਹੋਣ, ਕੋਈ ਬੱਚੀ, ਕੋਈ ਭੈਣ, ਕੋਈ ਮਾਂ ਘੰਟਿਆਂ ਬੱਧੀ ਮੇਰੇ ਗੁਰੂ ਦੇ ਪਾਸ ਬੈਠ ਕੇ ਬਾਹਰ ਆਵੇ, ਕਿਸੇ ਦੀ ਹਿੰਮਤ ਹੈ ਦੁਨੀਆ ਦੀ ਕਿ ਕੋਈ ਕਵੇ ਵੀ ਕੁੜੀਏ ਤੂੰ ਅੰਦਰ ਕੀ ਕਰਦੀ ਸੀ ਕੱਲੀ? ਸਾਨੂੰ ਉਹ ਗੁਰੂ ਮਿਲਿਆ। ਇਹ ਪ੍ਰਗਟ ਗੁਰਾਂ ਕੀ ਦੇ, ਇਹ ਸਾਡੀ ਬਦਕਿਸਮਤੀ ਹੈ ਕਿ ਅਸੀਂ ਇਸ ਗੁਰੂ ਨੂੰ ਮੰਨਣ ਵਾਲੇ ਨਹੀਂ ਬਣ ਰਹੇ। ਹੁਣ ਜਿਨ੍ਹਾਂ ਨੂੰ ਪਤਾ ਲੱਗਿਆ ਕਿ ਅਬਨਾਸ਼ੀ ਵਰ ਸੁਣਿਆ, ਮਨ ਉਪਜਿਆ ਚਾਇਆ ਰਾਮ, ਮਨ ਪ੍ਰੀਤ ਲਾਗੈ ਵੱਡੇ ਭਾਗੈ, ਵੱਡੇ ਭਾਗਾਂ ਨਾਲ। ਤੇ ਕਬ ਮਿਲੀਏ ਪੂਰਨ ਪਤੇ, ਕਦੋਂ ਮਿਲਿਆ ਜਾਵੇ ਉਸ ਪੂਰਨ ਪਤੀ ਨੂੰ? ਅੰਦਰ ਇੱਕ ਭੁੱਖ ਪੈਦਾ ਹੁੰਦੀ ਹੈ। ਜਦੋਂ ਏਕ ਓੰਕਾਰ ਦਾ ਗਿਆਨ ਮਿਲਣਾ ਹੈ ਨਾ, ਫਿਰ ਗੁਰ ਪ੍ਰਸਾਦ ਦੀ ਲੋੜ ਪੈਣੀ ਹੈ। ਇਹ ਗੁਰੂ ਦੀ ਕਿਰਪਾ ਤੋਂ ਬਿਨਾ ਮਿਲਣਾ ਨਹੀਂ। ਇਹ ਗੁਰ ਕਿਰਪਾ ਜਿਹ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ। ਇਹ ਜਿਹੜੀਆਂ ਜੁਗਤੀਆਂ ਦੀ ਆਪਾਂ ਰੋਜ਼ ਇੱਥੇ ਵਿਆਖਿਆ ਕਰਦੇ ਆ ਨਾ, ਜਿੰਨਾ ਚਿਰ ਗੁਰੂ ਦੀ ਕਿਰਪਾ ਨਹੀਂ ਹੋਣੀ ਉਹਨਾਂ ਚਿਰ ਇਹ ਗੱਲ ਸਮਝ ਵੀ ਨਹੀਂ ਆਉਣੀ, ਇਹਦੀ ਪਛਾਣ ਨਹੀਂ ਹੋਣੀ। ਸੁਣਾਂਗੇ ਰੋਜ਼, ਮੰਨਾਂਗੇ ਕੋਈ ਨਹੀਂ, ਪੜਾਂਗੇ ਰੋਜ਼, ਮੰਨਾਂਗੇ ਕੋਈ ਨਹੀਂ, ਮੱਥਾ ਰੋਜ਼ ਟੇਕਾਂਗੇ। ਹੁੰਦਾ ਇਦਾਂ ਹੀ ਹੈ, ਕਿਤੇ ਮੱਥਾ ਟੇਕ ਕੇ ਹੱਥ ਵਿਖਾਉਣ ਚਲੇ ਜਾਂਦੇ ਨੇ। ਦੱਸੋ ਕੀ ਕਹੀਏ ਉਹਨਾਂ ਨੂੰ? ਇੱਥੇ ਅਰਦਾਸ ਕਰਨੀ ਹੈ ਕਿ ਇਦਾਂ ਦਾ ਪੂਰਨ ਪਤੀ ਪ੍ਰਮਾਤਮਾ ਮੈਨੂੰ ਕਿਵੇਂ ਮਿਲੇਗਾ? ਹਾਂਜੀ। ਸਹਜੇ ਸਮਾਈਐ ਗੋਬਿੰਦ ਪਾਈਐ, ਦੇਹੋ ਸਖੀਏ ਮੋਹਿ ਮਤੇ। ਸਹਜੇ ਸਮਾਈਐ ਗੋਬਿੰਦ ਪਾਈਏ, ਕੰਮ ਹੀ ਸੌਖਾ ਹੈ। ਤੂੰ ਸਹਿਜ ਵਿੱਚ ਸਮਾ ਜਾ,
ਤੈਨੂੰ ਪਤੀ ਪਰਮਾਤਮਾ ਮਿਲ ਜਾਏਗਾ। ਤੇ ਹੁਣ ਕੀ ਕਹੀਏ ਅਸੀਂ ਆਪਣੇ ਆਪ ਨੂੰ, ਕਥਾ ਤੋਂ ਲੈ ਕੇ ਸਾਡੇ ਜਿੰਨੇ ਤਰੀਕੇ ਨੇ ਅਸੀਂ ਸਹਿਜ ਆਪਣੇ ਘਰ ਵਿੱਚੋਂ ਬਾਹਰ ਕੱਢ ਦਿੱਤਾ ਹੈ। ਹੁਣ ਤੇ ਕਥਾ ਦੇ ਵਿੱਚ ਵੀ ਅਸੀਂ ਯਤਨ ਕਰਦੇ ਹਾਂ ਕਿ ਬੰਦੇ ਨੂੰ ਇਮੋਸ਼ਨਲ ਕੀਤਾ ਜਾਵੇ, ਉਹ ਫਿਰ ਜਕਾਰਾ ਛੱਡੇ। ਪੁੱਛੋ ਸਹਿਜ ਦੇ ਵਿੱਚ ਕਦੋਂ ਆਏਗਾ? ਡਾਕਟਰ ਜਸਪਾਲ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ ਵੀਸੀ ਨੇ ਅੱਜ, ਕਿਸੇ ਵੇਲੇ ਪ੍ਰਬੰਧਕ ਹੁੰਦੇ ਸੀ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਦੋ ਸੱਜਣ ਖਲੋਤੇ ਨੇ, ਦੋਨੋਂ ਵਿਦਵਾਨ ਨੇ, ਤੀਸਰਾ ਉਹਨਾਂ ਦੇ ਨਾਲ ਮੈਂ ਸੀ, ਮੈਂ ਤੇ ਉਹਨਾਂ ਦੇ ਵਿਦਿਆਰਥੀਆਂ ਵਰਗਾ ਸੀ। ਉਧਰੋਂ ਇਹ ਆਏ ਤੇ ਇਹ ਪੁੱਛਦੇ ਨੇ ਗਿਆਨੀ ਜੀ ਕੀ ਹਾਲ ਹੈ? ਉਹ ਅੱਗੋਂ ਕਹਿਣ ਲੱਗੇ ਚੜ੍ਹਦੀ ਕਲਾ। ਤੇ ਇਹਨਾਂ ਨੇ ਬੜੇ ਸਹਿਜ ਵਿੱਚ ਕਿਹਾ, ਕਹਿੰਦੇ ਕਦੇ ਨਾਰਮਲ ਹੋਏ ਤੇ ਦੱਸਿਓ, 2 ਮਿੰਟ ਬਵਾਂਗੇ। ਉਹ ਗੱਲ ਮੈਨੂੰ ਅਜੇ ਤੱਕ ਨਹੀਂ ਭੁੱਲੀ ਵੀ ਆਪਾਂ ਸਹਿਜ ਵਿੱਚ ਆਉਣਾ ਹੀ ਨਹੀਂ। ਇੱਕ ਆਦਮੀ ਤੁਰਿਆ ਜਾ ਰਿਹਾ ਹੈ, ਇੱਕ ਆਦਮੀ ਤੁਰਿਆ ਆ ਰਿਹਾ, ਕਹਿੰਦਾ ਵੀਰ ਜੀ ਤੁਹਾਡੇ ਨਾਲ ਗੱਲ ਕਰਨੀ। ਕਹਿੰਦਾ ਦੱਸੋ। ਕਹਿੰਦਾ ਨਹੀਂ, ਕਿਤੇ ਬਹਿ ਕੇ ਕਰਾਂਗੇ। ਰੱਬ ਦੀ ਗੱਲ ਕਿਤੇ ਬਹਿ ਕੇ ਕਰਨ ਵਾਲੀ ਹੈ, ਬੜੇ ਸਹਿਜ ਵਿੱਚ। ਇਹ ਹਰ ਕਾ ਬੁਲੋਵਣਾ, ਕਰੋ ਕਿਰਪਾ, ਹਰ ਕਾ ਬੁਲੋਵਣਾ ਬੁਲੋਵੋ ਮੇਰੇ ਭਾਈ, ਸਹਿਜ ਬੁਲੋਵੋ ਜੈਸੇ ਤਤ ਨਾ ਜਾਈ। ਹੁਣ ਜਿਨ੍ਹਾਂ ਨੇ ਦੁੱਧ ਉਬਾਲ ਦਿੱਤਾ ਹੈ, ਹੁਣ ਉਹ ਕਹਿਣ ਜੀ 7 ਮਲਾਈਆਂ ਨਹੀਂ ਆਈਆਂ, ਕਿੱਥੋਂ ਆਉਣੀਆਂ ਨੇ? ਅਸੀਂ ਤੇ ਉਬਾਲਾ ਹੀ ਦੇਈ ਤੁਰੇ ਜਾਂਦੇ ਆ। ਅਸੀਂ ਤੁਰੀ ਇਸ ਪਾਸੇ ਪਏ ਵੀ ਗੱਲ ਕਰਨੀ ਇਮੋਸ਼ਨਲ ਹੈ, ਦੂਜੀ ਕਰਨੀ ਕੋਈ ਨਹੀਂ। ਸੰਸਾਰ ਪਹਿਲਾਂ ਹੀ ਬੜਾ ਉਤੇਜਿਤ ਹੈ, ਇਹਨੂੰ ਤੇਜ਼ ਘੋੜੇ ਤੋਂ ਥੱਲੇ ਲਾਉਣ ਦੀ ਲੋੜ ਹੈ। ਹਰਮੰਦਰ ਸਾਹਿਬ ਜੀ ਦੀ ਬਨਾਵਟ ਨਹੀਂ ਮੈਨੂੰ ਬਾਰ-ਬਾਰ ਭੁੱਲਦੀ। ਦੁਨੀਆ ਦੇ ਘੋੜੇ ਤੇ ਚੜ ਕੇ ਆਉਣ ਵਾਲਿਆ ਪੌੜੀਆਂ ਉਤਰ, ਜੇ ਹਰੀ ਦੇ ਮੰਦਿਰ ਵਿੱਚ ਆਉਣਾ ਹੀ ਤਾਂ ਇੱਥੇ ਥੱਲੇ ਉਤਾਰਿਆ ਜਾਂਦਾ ਹੈ ਬੰਦੇ ਨੂੰ। ਬੰਦਾ ਤੇ ਪਹਿਲਾਂ ਹੀ ਗਰੂਰ ਵਿੱਚ, ਮਾਣ ਵਿੱਚ, ਹੰਕਾਰ ਵਿੱਚ, ਧਨ ਜੋਬਨ ਪ੍ਰਭਤਾ ਕੇ ਮਦ ਮੈਂ ਅਹਨਸ ਫਿਰੈ ਦੀਵਾਨਾ। 3 ਚੀਜ਼ਾਂ ਤੇ ਬੰਦੇ ਦੇ ਪੈਰ ਨਹੀਂ ਥੱਲੇ ਲੱਗਣ ਦਿੰਦੀਆਂ, ਬਾਕੀ ਜਕਾਰਿਆਂ ਨਾਲ ਆਪਾਂ ਫੱਟੇ ਚੁੱਕੀ ਤੁਰੇ ਆਉਨੇ ਆ। ਕਦੋਂ ਸਹਿਜ ਵਿੱਚ ਬਵਾਂਗੇ, ਕਦੋਂ ਰੱਬ ਦੀ ਗੱਲ ਕਰਾਂਗੇ, ਕਦੋਂ ਰੱਬ ਦੀ ਗੱਲ ਸਾਡੇ ਪੱਲੇ ਪਵੇਗੀ? ਇਹ ਮੂਸਲਾਧਾਰ ਵਰਖਾ, ਇਹਦਾ ਇੱਕ ਆਪਣਾ ਵੱਖਰਾ ਰੂਪ ਹੈ, ਪਰ ਇੱਥੇ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਬੜੀਆਂ ਸਹਿਜ ਦੀਆਂ ਕਣੀਆਂ ਕਿਤੇ ਪੈਣਗੀਆਂ, ਫਿਰ ਉਹ ਇੱਕ ਇੱਕ ਬੂੰਦ ਸਾਡੇ ਹਿਰਦੇ ਵਿੱਚ ਧਸੇਗੀ, ਫਿਰ ਜਾ ਕੇ ਗੱਲ ਸਮਝ ਆਏਗੀ। ਸਹਿਜ ਸਮਾਈ ਹੈ ਮੇਰੀਏ ਭੈਣੇ, ਤੂੰ ਸਹਿਜ ਵਿੱਚ ਆ ਜਾ। ਰੱਬ ਕੋਈ ਭੱਜਿਆ ਥੋੜਾ ਜਾਂਦਾ ਜਿਹਨੂੰ ਭੱਜ ਕੇ ਫੜਨਾ ਹੈ ਤੁਸੀਂ। ਸਹਿਜ ਸਮਾਈਐ ਗੋਬਿੰਦ ਪਾਈਏ, ਸਹਿਜ ਵਿੱਚ ਸਮਾਵੇਂਗਾ ਤੈਨੂੰ ਰੱਬ ਮਿਲ ਜਾਏਗਾ। ਹੁਣ ਇਹ ਗੱਲ ਅੱਗੋਂ ਪੁੱਛਣੀ ਹੈ। ਹਾਂਜੀ, ਦਿਨ ਰੈਨ ਠਾਡੀ ਕਰੋ ਸੇਵਾ, ਪ੍ਰਭ ਕਵਣ ਜੁਗਤੀ ਪਾਇਆ। ਦਿਨ ਤੇ ਰਾਤ, ਹੁਣ ਇਹ ਗੱਲ ਗੁਰੂ ਅਰਜਨ ਦੇਵ ਪਿਤਾ ਕਹਿ ਰਹੇ ਨੇ। ਇੱਕ ਇਸਤਰੀ ਦੇ ਰੂਪ ਵਿੱਚ ਮੈਂ ਦਿਨ ਤੇ ਰਾਤ ਖਲੋ ਕੇ ਤੁਹਾਡੀ ਸੇਵਾ ਕਰਾਂ। ਮੈਨੂੰ ਇਹ ਦੱਸੋ ਵੀ ਕਿਹੜੀ ਜੁਗਤੀ ਹੈ, ਪਰਮਾਤਮਾ ਕਿਵੇਂ ਮਿਲਦਾ ਹੈ? ਜਾਏ ਪੁੱਛੋ ਸੁਹਾਗਣੀ, ਤੁਸੀਂ ਰਾਵਿਆ ਕਿੰਨੀ ਗੁਣੀ। ਫਿਰ ਉਹਨਾਂ ਕੀ ਦੱਸਿਆ? ਉਹਨਾਂ ਨੇ ਦੱਸਿਆ ਸੀਲ, ਸੰਤੋਖ, ਸ਼ਿੰਗਾਰੀਆਂ, ਮਿੱਠਾ ਬੋਲਣੀ। ਇਹ ਤਰੀਕੇ ਨੇ। ਇੱਥੇ ਜਿਹੜਾ ਮੂੰਹ ਚੋਂ ਅੱਗ ਸੁੱਟੀ ਜਾਂਦਾ ਉਹ ਵੀ ਕਹਿੰਦਾ ਜੀ ਮੈਂ ਰੱਬ ਦੀ ਗੱਲ ਕਰਨ ਲੱਗਿਆ। ਤੂੰ ਕੀ ਕਰਨੀ ਹੈ? ਤੂੰ ਦੁਨੀਆ ਨੂੰ ਸਾੜ ਸਕਦਾ ਹੈ,
ਦੁਨੀਆ ਨੂੰ ਸੀਤਲਤਾ ਨਹੀਂ ਦੇ ਸਕਦਾ। ਪੜ੍ਹੀ ਜਾਂਦੇ ਆ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਜੇ ਉਹ ਮਿੱਠਾ ਹੈ ਤੇ ਤੇਰੀਆਂ ਕੌੜੀਆਂ ਗੱਲਾਂ ਨਾਲ ਉਹਦੀ ਵਿਆਖਿਆ ਕਿਵੇਂ ਹੋ ਸਕਦੀ ਹੈ? ਤੂੰ ਤਾਂ ਐਂ ਲੱਗਦਾ ਜਿਵੇਂ ਮੂੰਹ ਦੇ ਵਿੱਚ ਕੁਨੈਣ ਦੀ ਗੋਲੀ ਪਾ ਕੇ ਆਇਆ ਹੈ। ਕਿਤੇ ਕਚੀਚੀਆਂ ਵੱਟ ਕੇ ਤੁਰਦੇ ਨੇ ਵੀ ਜਿਵੇਂ ਅੱਜ ਹੀ ਸਾਰਾ ਬ੍ਰਹਮ ਗਿਆਨ ਪੈਦਾ ਕਰਕੇ ਸਿੱਖੀ ਦੇ ਫੁੱਲ ਖੜਾ ਕੇ ਜਾਣੇ ਨੇ। ਆਓ ਆਪਾਂ ਵਾਪਸ ਮੁੜੀਏ, ਉਸ ਸਹਿਜ ਘਰ ਵਿੱਚ ਆਈਏ ਜਿਹਦੀ ਵਿਆਖਿਆ ਸਤਿਗੁਰੂ ਕਰਦੇ ਨੇ। ਹਾਂਜੀ, ਬਿਨਵੰਤ ਨਾਨਕ ਕਰਹੁ ਕਿਰਪਾ, ਲੈਹੋ ਮੋਹਿ ਲੜ ਲਾਇਆ। ਗੁਰੂ ਅਰਜਨ ਦੇ ਪਿਤਾ ਮਹਾਰਾਜ ਵੱਡੇ ਸਤਿਗੁਰਾਂ ਦਾ ਨਾਮ ਦਰਜ ਕਰਕੇ ਪਹਿਲੇ ਬੰਦ ਵਿੱਚ ਕਹਿੰਦੇ ਨੇ, ਮੈਨੂੰ ਨਾਨਕ ਨੂੰ ਦਇਆ ਕਰੋ, ਆਪਣੇ ਲੜ ਲਾ ਲਓ। ਹਾਂਜੀ, ਭਇਆ ਸਮਾਹੜਾ ਹਰਿ ਰਤਨ ਵਿਸਾਹਾ ਰਾਮ। ਜਦੋਂ ਪਰਮਾਤਮਾ ਵਿਹਾਜਿਆ ਉਦੋਂ ਇਹ ਸਮਾਹੜਾ ਬਣ ਗਿਆ, ਇਹ ਧੀਰਜ ਅੰਦਰ ਜੀਵਨ ਦੇ ਵਿੱਚ ਇੱਕ ਹੌਸਲਾ ਆ ਗਿਆ। ਹਾਂਜੀ, ਖੋਜੀ ਖੋਜ ਲੱਦਾ ਹਰਿ ਸੰਤਨ ਪਾਹਾ ਰਾਮ। ਖੋਜੀਆਂ ਨੇ ਪ੍ਰਭੂ ਦੇ ਪਿਆਰਿਆਂ ਦੇ ਕੋਲੋਂ ਜਾ ਕੇ ਉਸ ਪਰਮਾਤਮਾ ਨੂੰ ਲੱਭਿਆ। ਹਾਂਜੀ, ਮਿਲੇ ਸੰਤ ਪਿਆਰੇ ਦਇਆ ਧਾਰੇ, ਕਥੇ ਅਕਥ ਵਿਚਾਰੋ। ਉਹ ਜਿਹੜੇ ਪ੍ਰਭੂ ਦੇ ਪਿਆਰੇ ਸੰਤ ਸੀ ਉਹਨਾਂ ਨੇ ਫਿਰ ਪਰਮਾਤਮਾ ਦੀ ਅਕਥ ਕਥਾ ਦੀ ਵਿਚਾਰ ਸੁਣਾਈ ਹੈ। ਹਾਂਜੀ, ਇਕ ਚਿੱਤ ਇਕ ਮਨ ਤੇ ਆਇਆ ਸੁਆਮੀ, ਇਕ ਚਿੱਤ ਇਕ ਮਨ ਧਿਆਏ ਸੁਆਮੀ, ਲਾਏ ਪ੍ਰੀਤ ਪਿਆਰੋ। ਪ੍ਰੀਤ ਪਰਮਾਤਮਾ ਨਾਲ ਲਾਵੀਂ ਤੇ ਸਿਮਰਨ ਦਾ ਤਰੀਕਾ ਹੈ, ਇਹ ਮਨ ਹਰਿ ਜੀ ਧਿਆਏ ਤੋਂ ਇੱਕ ਮਨ ਇੱਕ ਚਿੱਤ ਪਾਏ। ਇੱਕ ਮਨ ਇੱਕ ਚਿੱਤ ਇੱਕ ਮਨ ਧਿਆਏ ਸੁਆਮੀ, ਇਹ ਮਨ ਹਰਿ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਪਾਏ, ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ। ਹਾਂਜੀ, ਕਰ ਜੋੜ ਪ੍ਰਭ ਪਹਿ ਕਰ ਬੇਨੰਤੀ, ਮਿਲੇ ਹਰ ਜਸ ਲਾਹਾ। ਗੁਰੂ ਅਰਜਨ ਦੇ ਪਿਤਾ ਮਹਾਰਾਜ ਫਿਰ ਬੇਨਤੀ ਕਰਦੇ ਨੇ ਕਿ ਮੈਂ ਹੱਥ ਜੋੜਦਾ, ਪਰਮਾਤਮਾ ਮੈਨੂੰ ਇਹ ਲਾਹਾ ਦੇ, ਮੈਨੂੰ ਇਹ ਖੱਟੀ ਦੇ। ਹਾਂਜੀ, ਬਿਨਵੰਤ ਨਾਨਕ ਦਾਸ ਤੇਰਾ, ਮੇਰਾ ਪ੍ਰਭ ਆਗਮ ਅਥਾਹ। ਹੇ ਮੇਰੇ ਪ੍ਰਭੂ ਅਗੰਮ ਤੇ ਅਥਾ, ਮੈਂ ਤੇਰੇ ਘਰ ਦਾ ਸੇਵਕ, ਮੈਂ ਤੇਰੇ ਘਰ ਦਾ ਦਾਸ। ਹਾਂਜੀ, ਸਾਹਾ ਅਟਲ ਗਣਿਆ ਪੂਰਨ ਸੰਜੋਗੋ ਰਾਮ। ਜਦੋਂ ਅਸੀਂ ਸੰਤ ਪਿਆਰਿਆਂ ਦੀ ਸੰਗਤ ਵਿੱਚ ਆਵਾਂਗੇ ਉੱਥੇ ਫਿਰ ਇੱਕ ਸਾਹਾ ਸੋਧਿਆ ਜਾਏਗਾ, ਜਿਹਦੇ ਵਿੱਚੋਂ ਵਿਛੋੜਾ ਮੁੱਕ ਜਾਏਗਾ, ਜਿਹਦੇ ਵਿੱਚੋਂ ਮਲਾਪ ਦਾ ਇੱਕ ਸਮਾਂ ਨਿਯਤ ਹੋ ਜਾਏਗਾ। ਹਾਂਜੀ, ਸੁਖ ਹੈ ਸਮੂਹ ਭਇਆ, ਗਿਆ ਵਿਜੋਗੋ ਰਾਮ। ਬੜਾ ਸੁਖ ਦਾ ਸਮਾਂ ਬਣਿਆ, ਧੀ ਵਾਲੇ ਪੁੱਤ ਵਾਲੇ ਜਾਂਜੀ ਮਾਂਜੀ ਤੇਤੇ ਪਤੇਤੇ ਸਭ ਇਕੱਠੇ ਹੋਏ ਨੇ। ਜਦੋਂ ਸਤ ਸੰਗਤ ਦਾ ਜੋੜ ਮਿਲਦਾ ਹੈ ਉਦੋਂ ਆਤਮਾ ਤੇ ਪਰਮਾਤਮਾ ਦੇ ਵਿਆਹ ਦਾ ਇਹ ਮੇਲ ਇਕੱਠਾ ਹੁੰਦਾ ਹੈ। ਹਾਂਜੀ, ਬਿਲ ਸੰਤ ਆਏ ਪ੍ਰਭ ਤੇ ਆਏ, ਬਣੇ ਅਚਰਜ ਜਾਨੀਆਂ। ਫਿਰ ਉੱਥੇ ਇਕੱਤਰ ਹੋਏ ਨੇ ਸਤ ਸੰਗੀ, ਉਹਨਾਂ ਨੇ ਸਹਿਜ ਇਕੱਠਾ ਕੀਤਾ ਹੈ। ਮਨ ਪ੍ਰੀਤ ਉਪਜੀ ਜਾਨੀ ਮਾਂਜੀਆਂ। ਮਾਂਜੀ ਹੁੰਦੇ ਨੇ ਧੀ ਵਾਲੇ ਪਰਿਵਾਰ ਵਾਲੇ, ਜਾਂਜੀ ਹੁੰਦੇ ਨੇ ਲੜਕੇ ਵਾਲੇ ਪਰਿਵਾਰ ਵਾਲੇ। ਹੁਣ ਆਤਮਾ ਦੇ ਜਿਹੜੇ ਸਤ ਸੰਗੀ ਗਿਆਨ ਇੰਦਰੇ ਨੇ ਉਹਨਾਂ ਦੇ ਮਨ ਵਿੱਚ ਚਾਅ ਪੈ ਗਿਆ, ਪੈਦਾ ਹੋ ਗਿਆ, ਮਨ ਚਾਉ ਭਇਆ, ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ, ਗ੍ਰਹਿ ਮੰਦਰ ਬਣਿਆ। ਹਰ ਮੰਗਲ ਗਾਓ ਨਿਤ ਸਖੀਏ, ਇਦਾਂ ਦੀ ਅਵਸਥਾ ਬਣੀ ਹੈ। ਹਾਂਜੀ, ਮਿਲ ਇਕੱਤਰ ਹੋਏ ਸਹਿਜ ਢੋਏ, ਮਨ ਪ੍ਰੀਤ ਉਪਜੀ ਮਾਨੀਆਂ। ਇਸੇ ਤਰ੍ਹਾਂ ਜਿਹੜੇ ਮਾਂਜੀ ਸੀ ਉਹਨਾਂ ਦੇ ਮਨਾਂ ਵਿੱਚ ਚਾਉ ਪੈਦਾ ਹੋਇਆ ਜਦੋਂ ਇਹ ਤੇਤੇ ਪਤੇਤੇ ਸਤ ਸੰਗੀ
ਆਤਮਾ ਦੇ ਪ੍ਰਮਾਤਮਾ ਦੇ ਵਿਆਹ ਵਿੱਚ ਮਿਲੇ ਨੇ। ਹਾਂਜੀ, ਮਿਲ ਜੋਤ ਜੋਤੀ ਓਤ ਪੋਤੀ, ਹਰ ਨਾਮ ਸਭ ਰਸ ਭੋਗੋ। ਇਹ ਜਿਹੜੀ ਜੋਤ ਸੀ ਇਹ ਪ੍ਰਮਾਤਮਾ ਵਿੱਚ ਮਿਲ ਗਈ, ਓਤ ਪੋਤੀ ਹੋ ਗਈ, ਇੱਕ ਰੂਪ ਹੋ ਗਿਆ। ਹਾਂਜੀ, ਬਿਨਵੰਤ ਨਾਨਕ ਸਭ ਸੰਤ ਮੇਲੀ, ਪ੍ਰਭ ਕਰਨ ਕਾਰਨ ਜੋਗੋ। ਗੁਰੂ ਅਰਜਨ ਦੇ ਪਿਤਾ ਮਹਾਰਾਜ ਕਹਿੰਦੇ ਮੇਰੀ ਨਾਨਕ ਦੀ ਬੇਨਤੀ ਹੈ ਕਿ ਇਹ ਗੁਰੂ ਸੰਤ ਨੇ ਮਿਲਾਪ ਕੀਤਾ ਹੈ। ਪ੍ਰਭ ਕਰਨ ਕਾਰਨ ਜੋਗੋ, ਇਹ ਵਿਦ, ਇਹ ਸੰਜੋਗ ਇਹ ਪ੍ਰਮਾਤਮਾ ਨੇ ਆਪ ਬਣਾਇਆ ਹੈ। ਜਦੋਂ ਸ਼ਬਦ ਪੜੋਗੇ ਨਾ ਕਿ ਧਰਨ ਸੁਵੰਨੀ ਖੜ ਰਤਨ ਜੜਾਵੀ, ਹਰ ਪ੍ਰੇਮ ਪੁਰਖ ਮਨ ਵੁੱਠਾ, ਸਭੇ ਕਾਜ ਸੁਹੇਲੜੇ ਥੀਏ, ਗੁਰੂ ਨਾਨਕ ਸਤਿਗੁਰ ਤੁਠਾ। ਇਹ ਸਾਰਾ ਕੁਝ ਉਹ ਪ੍ਰਮਾਤਮਾ ਆਪ ਕਰਦਾ ਹੈ। ਹਾਂਜੀ, ਪਵਨ ਸੁਹਾਵੜਾ ਧਰਤ ਸੁਭਾਗੀ RAM। ਸਰੀਰ ਜਿਹੜਾ ਸੀ ਸੋਹਣਾ ਹੋ ਗਿਆ ਜਦੋਂ ਆਤਮਾ ਨੂੰ ਪ੍ਰਮਾਤਮਾ ਮਿਲ ਗਿਆ। ਹਿਰਦੇ ਰੂਪੀ ਸੇਜ ਇਹ ਧਰਤੀ ਭਾਗਾਂ ਭਰੀ ਹੋ ਗਈ ਜਿੱਥੇ ਆ ਕੇ ਪ੍ਰਮਾਤਮਾ ਵਸ ਗਿਆ। ਹਾਂਜੀ, ਪ੍ਰਭ ਘਰ ਆਏ ਅੜਾ, ਗੁਰ ਚਰਣੀ ਲਾਗੀ RAM। ਪ੍ਰਭੂ ਹਿਰਦੇ ਰੂਪੀ ਘਰ ਵਿੱਚ ਆ ਗਿਆ ਜਦੋਂ ਜੀਵ ਆਤਮਾ ਜਾ ਕੇ ਗੁਰੂ ਦੇ ਚਰਨਾਂ ਦੇ ਨਾਲ ਜੁੜਦੀ ਹੈ। ਹਾਂਜੀ, ਗੁਰ ਚਰਨ ਲਾਗੀ ਸਹਿਜ ਜਾਗੀ, ਸਗਲ ਇੱਛਾ ਪੁੰਨੀਆਂ। ਗੁਰੂ ਦੇ ਚਰਨੀ ਲੱਗਿਆਂ ਸਹਿਜ ਪੈਦਾ ਹੁੰਦਾ ਹੈ। ਸਾਰੀਆਂ ਜਿਹੜੀਆਂ ਜਗਿਆਸੂ ਦੀਆਂ ਇਛਾਵਾਂ ਨੇ ਉਹ ਪੂਰੀਆਂ ਹੁੰਦੀਆਂ ਨੇ। ਹਾਂਜੀ, ਮੇਰੀ ਆਸ ਪੂਰੀ ਸੰਤ ਧੂਰੀ, ਹਰ ਮਿਲੇ ਕੰਤ ਵਿਛੁੰਨਿਆ। ਆਸ ਪੂਰੀ ਹੋ ਗਈ। ਸਾਧੂਆਂ ਦੀ ਗੁਰਮੁਖਾਂ ਪਿਆਰਿਆਂ ਦੇ ਚਰਨਾਂ ਦੀ ਧੂੜੀ ਮਿਲ ਗਈ, ਹਰ ਮਿਲੇ ਕੰਤ ਵਿਛੁੰਨਿਆ। ਉਹ ਪ੍ਰਮਾਤਮਾ ਜਦੋਂ ਆਪ ਆ ਕੇ ਮਿਲਦਾ ਹੈ। ਹਾਂਜੀ, ਆਨੰਦ ਅਨਦਿਨ ਵਜੇ ਵਾਜੇ, ਆਹੂ ਮਤ ਮਨ ਕੀ ਤਿਆਗੀ। ਜਦੋਂ ਆਨੰਦ ਦੇ ਵਾਜੇ ਵੱਜੇ ਤੇ ਅੰਦਰ ਦੀ ਜਿਹੜੀ ਹੰਕਾਰ ਵਾਲੀ ਮਤ ਸੀ ਜਿਹੜੀ ਉਹ ਚਲੀ ਗਈ। ਇੱਕੋ ਹੀ ਚੀਜ਼ ਹੈ ਜਿਹੜੀ ਸਾਨੂੰ ਪਰਮਾਤਮਾ ਵਿੱਚ ਅਭੇਦ ਨਹੀਂ ਹੋਣ ਦਿੰਦੀ, ਉਹ ਸਾਡਾ ਹੰਕਾਰ ਹੈ, ਉਹ ਸਾਡੀ ਹਉਮੈ ਹੈ। ਹਾਂਜੀ, ਬਿਨਵੰਤ ਨਾਨਕ ਸਰਣ ਸੁਆਮੀ, ਸੰਤ ਸੰਗ ਲਿਵ ਲਾਗੀ। ਮੇਰੀ ਨਾਨਕ ਦੀ ਬੇਨਤੀ ਫਿਰ ਗੁਰੂ ਅਰਜਨ ਦੇ ਪਿਤਾ ਵੱਡੇ ਸਤਿਗੁਰਾਂ ਦਾ ਨਾਮ ਦਰਜ ਕਰਕੇ ਸਾਨੂੰ ਸਮਝਾਉਂਦੇ ਨੇ, ਸ਼ਰਨ ਸੁਆਮੀ ਸੰਤ ਸੰਗ ਲਿਵ ਲਾਗੀ। ਹੁਣ ਮੇਰੀ ਜਿਹੜੀ ਲਿਵ ਹੈ ਉਹ ਗੁਰੂ ਸੰਤ ਦੇ ਨਾਲ ਜੁੜ ਗਈ ਹੈ। ਇਹ ਸੁਭਾਗਾ ਸਮਾਂ ਬਣਿਆ, ਇਹ ਵਿਧ ਬਣੀ ਜਦੋਂ ਪਰਮਾਤਮਾ ਦੇ ਨਾਲ ਮਿਲਾਪ ਹੋਇਆ, ਜਦੋਂ ਪਤਾ ਲੱਗਿਆ ਕਿ ਜਿਹੜਾ ਮੇਰਾ ਪਤੀ ਹੈ ਉਹ ਤੇ ਅਬਨਾਸ਼ੀ ਹੈ। ਫਿਰ ਇਹ ਸਾਰਾ ਸੰਜੋਗ ਬਣਿਆ। ਸ਼ਬਦ ਵੱਡਾ ਸੀ, ਥੋੜਾ ਜਿਹਾ ਸਮਾਂ ਵੱਧ ਲੱਗਿਆ, ਮੈਂ ਮਾਫੀ ਮੰਗਦਾ। ਸਤਿਗੁਰੂ ਕਿਰਪਾ ਕਰਨ, ਆਪਣੀ ਅਸੀਸ ਬਖਸ਼ਣੀ, ਭੁੱਲਾਂ ਬਖਸ਼ ਲੈਣੀਆਂ। ਇੱਕ ਵਾਰ ਫਿਰ ਸ਼੍ਰੋਮਣੀ ਭਗਤ ਸੈਣ ਜੀ ਦੇ ਪਵਿੱਤਰ ਜਨਮ ਦਿਹਾੜੇ ਦੀ ਆਪ ਸਾਰਿਆਂ ਨੂੰ ਲੱਖ ਲੱਖ ਵਧਾਈ। ਆਓ ਅੰਤਲੀਆਂ ਦੋ ਪੰਕਤੀਆਂ ਦਾ ਪਾਠ ਕਰਕੇ ਫਿਰ ਆਪਾਂ ਫਤਿਹ ਦੀ ਸਾਂਝ ਕਰੀਏ। ਹਾਂਜੀ, ਆਨੰਦ ਅਨਦਿਨ ਵਜੇ ਵਾਜੇ, ਆਹੰ ਮਤ ਮਨ ਕੀ ਤਿਆਗੀ। ਬਿਨਵੰਤ ਨਾਨਕ ਸਰਣ ਸੁਆਮੀ, ਸੰਤ ਸੰਗ ਲਿਵ ਲਾਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।